डंडोत बंधन अनक बार, सर्ब कला समरथ, डोलन ते राखो प्रभु, नानक दे कर हथ। याही कुल ते प्रगट हो, ताही कुल को नाम, पुन द्वादश गुरंज को मेरी है प्रणाम। गुरु प्रताप सिंह तेरी निराली शान देखी है। गुरु प्रताप सिंह तेरी निराली शान देखी है। निराली शान देखी है, 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 निराली शान देखी है। गुरु प्रताप सिंह तेरी निराली शान देखी है। गुरु प्रताप सिंह तेरी निराली शान देखी है। उसी पारस जी दी शो ने लखां पारस बनाए ने, ओ खुशियां दा खजाना सी जिन्ने रोंदे हसाए ने। उस दे दर ते आया हुंदी मैं कल्याण वेखी है। गुरु प्रताप सिंह तेरी निराली शान देखी है। उस दे दर ते मुर्दियां विच सरंग दी जान देखी है। उस दे दर ते मुर्दियां विच सरंग दी जान देखी है। उस दे सरक दी जान देखी है, सरक दी जान देखी है। गुरु प्रताप सिंह तेरी निराली शान देखी है। गुरु प्रताप सिंह तेरी निराली शान देखी है। निगाहे मस्त विच तकिया किसे ने चश्माए जम जम,
ਨੂਰਾਨੀ ਚਿਹਰੇ ਨੂੰ ਦੱਸਿਆ ਹਰ ਇੱਕ ਨੇ ਮੇਰਾ ਏ ਹਮਦਮ ਕਦਰ जाती नहीं दुनिया बड़ी अनजान देखी है गुरु प्रताप सिंह तेरी निराली शान देखी निराली शान देखी है 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 तेरा दीदार घर बैठे मक्के दा हज करांदा सी 68 तीर्थां दा फल मिले जो सिर निवांदा सी तेरे दरबार विच मुक्ति खड़ी दरबान वेखी है गुरु प्रताप सिंह तेरी निराली शान देखी है निराली शान देखी है गुरु प्रताप सिंह तेरी निराली निराली शान देखी है 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 प्रताप सिंह तेरी निराली शान देखी है अमीरी ते गरीबी दा एह सरकार सी संगम चुलाया था जा जिसने अमन ते प्यार दा पंचम तेरे बाजों लुकाई विच गमा गलतान वेखी है गुरु प्रताप सिंह तेरी निराली शान देखी है 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 निराली शान देखी
है रूप साफ तेरी निराई जान देखी है ਸਤਿਗੁਰਾਂ ਦੇ ਪੁੱਤਰ ਅਤੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰਯੋਗ ਸਤ ਸੰਗੀਓ, ਆਓ ਜਿੰਨੇ ਵੀ ਮਾਈ ਭਾਈ ਇੱਥੇ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਨੇ, ਆਪਣੀ ਮਨ ਬਿਰਤੀ ਨੂੰ ਉਕਾਗਰ ਕਰੀਏ, ਰਸਨਾ ਨੂੰ ਪਵਿੱਤਰ ਕਰੀਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਇੱਕ ਵਾਰੀ ਫੇਰ ਸਾਰਿਆਂ ਨੇ ਕਿਰਪਾ ਕਰਨੀ ਹੈ। ਉਹਨਾਂ ਸਤਿਗੁਰਾਂ ਨੂੰ ਅਸਾਂ ਯਾਦ ਕਰਨਾ ਜਿਨ੍ਹਾਂ ਦੀ ਦਰਸ਼ਨ ਵਾਸਤੇ ਅਸੀਂ ਸਾਰਾ ਸਾਲ ਹੀ, ਜਦੋਂ ਦੇ ਉਹ ਪਰਦੇਸ ਗਏ ਨੇ ਉਦੋਂ ਦਾ ਹੀ ਇਹ ਪਰਾਯੋਜਨ ਹੋਣ ਡਿਆ ਕਿ ਕੀਰਤਨ ਹੋਣ ਡਏ ਨੇ, ਨਾਮ ਸਿਮਰਨ ਹੋ ਰਹੇ ਨੇ, ਵਰਨੀਆਂ ਹੋ ਰਹੀਆਂ ਨੇ, ਲਖੂਕਾਂ ਪਾਠ ਹੋ ਰਹੇ ਨੇ, ਤਾਂ ਕਿ ਉਹਨਾਂ ਦੇ ਦਰਸ਼ਨ ਜਿਹੜੇ ਜਲਦੀ ਤੋਂ ਜਲਦੀ ਹੋਣ। ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਦੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਆਓ ਹੁਣ ਉਹਨਾਂ ਸਤਿਗੁਰਾਂ ਨੂੰ ਯਾਦ ਕਰਨਾ ਅਸੀਂ ਜਿਨ੍ਹਾਂ ਦਾ ਜੋਤੀ ਜੋਤ ਸਮਾਉਣ ਦਾ ਆ ਸਮਾਂ ਹੁਣੀ ਪਿਛਲੇ ਐਤਵਾਰ 5 ਭਾਦਰੋਂ ਦਾ ਮੇਲਾ ਜਿਹੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਮੇਲਾ ਜਿਹੜਾ ਪੂਰੇ ਭਾਰਤ ਵਰਸ਼ 'ਚ ਮਨਾਇਆ ਜਾਂਦਾ, ਜਿੱਥੇ ਜਿੱਥੇ ਵੀ ਨਾਮਧਾਰੀ ਸੰਪਰਦਾ ਦੇ ਲੋਕ ਰਹਿੰਦੇ ਨੇ। ਮੈਂ ਕਹਿੰਦਾ ਦੂਸਰੀ ਸੰਪਰਦਾ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਬੜਾ ਪ੍ਰੇਮ ਰੱਖਦੀ ਸੀ। ਉਹ ਵੀ ਜਿੱਥੇ ਜਿੱਥੇ ਬੈਠੇ ਨੇ 5 ਭਾਦਰੋਂ ਦਾ ਮੇਲਾ ਉੱਥੇ ਬੜੀ ਧੂਮਧਾਮ ਨਾਲ ਇਹ ਮਹੀਨਾ ਭਰ ਚੱਲਦਾ ਹੀ ਰਹਿੰਦਾ। ਜਿਉਂ ਇਸ 5 ਭਾਦਰੋਂ ਤੋਂ ਸ਼ੁਰੂ ਹੁੰਦਾ, ਸਤਿਗੁਰਾਂ ਦੀ ਕਿਰਪਾ ਦੇ ਨਾਲ ਕਦੀ ਕਿਤੇ ਮੇਲਾ ਚੱਲਦਾ ਰਹਿੰਦਾ। ਆਓ ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਅਤੇ ਜਿਨ੍ਹਾਂ ਦਾ ਲਾਹਾ ਅਸੀਂ 54 ਸਾਲ ਅਥਾਹ ਦਰਸ਼ਨ ਕਰਕੇ ਖਟਿਆ, ਆਓ ਉਹਨਾਂ ਸਤਿਗੁਰਾਂ ਨੂੰ ਵੀ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਅਤੇ ਆਪਾਂ ਹੁਣ ਇਹ ਕੀਤੇ ਹੋਏ ਕਾਰਜ ਸਫਲ ਕਰਾਉਣੇ ਨੇ। ਇਹ ਸਫਲ ਤਾਂ ਹੀ ਹੋਣੇ ਨੇ ਜੇ ਸਮੇਂ ਦੇ ਮਾਲਕ ਦੀ ਮੋਹਰ ਲੱਗਣੀ ਹੈ, ਸਮੇਂ ਦੇ ਸਤਿਗੁਰ ਦੀ ਮੋਹਰ ਲੱਗਣੀ ਹੈ, ਤਾਂ ਇਹ ਸਾਡੇ ਕੀਤੇ ਹੋਏ ਕਾਰਜ ਜਿਹੜੇ ਨੇ ਉਹ ਸਫਲ ਹੋਣੇ ਨੇ। ਅਤੇ ਜਦੋਂ ਕਾਰਜ ਸਫਲ ਹੋ ਗਏ ਤਾਂ ਫਿਰ ਮਨੁੱਖ ਦਾ ਜਨਮ ਵੀ ਉੱਥੇ ਸਫਲ ਹੁੰਦਾ ਵੇਖਿਆ ਗਿਆ। ਆਓ ਆਪਣੇ ਇਹਨਾਂ ਮਨੁੱਖੀ ਕਾਰਜਾਂ ਨੂੰ ਸਫਲ ਕਰਾਈਏ, ਨਾਲੇ ਇਸ ਮਨੁੱਖੀ ਜੀਵਨ ਨੂੰ ਸਫਲ ਕਰਾਈਏ, ਸਮੇਂ ਦੇ ਸਤਿਗੁਰ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਸਭ ਹਫ਼ਤਾਵਾਰੀ ਸਮਾਗਮ ਦੇ ਵਿੱਚ ਇਕੱਠੇ ਹੋਏ ਹੋ, ਨਾਮ ਸਿਮਰਨ ਕਰਨ ਡਏ ਹੋ, ਗੁਰੂ ਦਾ ਹਰ ਜਸ ਸੁਣਨ ਡਏ ਹੋ,
ਬੜਾ ਉੱਤਮ ਤੇ ਵੱਡਾ ਧਰਮ ਕਰਮ ਦੱਸਿਆ ਗਿਆ ਗੁਰਸਿੱਖੀ ਸਮਾਜ ਦੇ ਵਿੱਚ। ਸੋ ਸੱਚੇ ਪਾਤਸ਼ਾਹ ਆਂਦੇ ਨੇ ਵੀ ਜਿਹੜਾ ਇੱਥੋਂ ਤੱਕ ਆਉਂਦਾ ਬੜੇ ਵੱਡੇ ਭਾਗ ਹੁੰਦੇ ਨੇ ਤਾਂ ਹੀ ਆਇਆ ਜਾਂਦਾ। ਕੋਈ ਪੁਰਬਲੇ ਜਨਮ ਹੋਣ ਤਾਂ ਇਹਨਾਂ ਕਾਰਜਾਂ ਦੇ ਨਾਲ ਸਾਡਾ ਮੇਲ ਹੁੰਦਾ, ਤਾਂ ਸਤਿਗੁਰ ਦੇ ਨਾਲ ਮੇਲ ਹੁੰਦਾ। ਸੋ ਆਪ ਬੜੇ ਵੱਡੇ ਭਾਗਾਂ ਵਾਲੇ ਹੋ, ਇੱਥੋਂ ਤੱਕ ਪਹੁੰਚੇ ਹੋ ਗੁਰਬਾਣੀ ਸੁਣਨ ਵਾਸਤੇ, ਭਜਨ ਕਰਨ ਵਾਸਤੇ। ਸੋ ਕਿਰਪਾ ਕਰਕੇ ਜਿੰਨੀ ਦੇਰ ਵੀ ਇੱਥੇ ਬੈਠੋ, ਰਸਨਾ ਦੇ ਨਾਲ ਮਨ ਹਿਰਦੇ ਵਿੱਚ ਸਤਿਗੁਰ ਦੀ ਮੂਰਤ ਨੂੰ ਵਸਾ ਕੇ ਨਾਮ ਸਿਮਰਨ ਕਰੋ ਅਤੇ ਕੰਨਾਂ ਦੇ ਨਾਲ ਗੁਰੂ ਦਾ ਹਰ ਜਸ ਸੁਣੋ। ਇਹਨਾਂ ਕਾਰਜਾਂ ਦੇ ਨਾਲ ਹੀ ਸਾਡਾ ਇਹ ਮਨੁੱਖੀ ਜਨਮ ਜਿਹੜਾ ਸਫਲ ਹੋਣਾ। ਸੋ ਸਤਿਗੁਰ ਵੀ ਇਹਨਾਂ ਕਾਰਜਾਂ ਨੂੰ ਮਨੁੱਖ ਨੂੰ ਸਮਝਾਉਂਦੇ ਆਏ ਨੇ। ਜਦੋਂ ਜਦੋਂ ਸੰਸਾਰ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਕੰਮ ਹੀ ਇਹ ਹੁੰਦਾ ਬਈ ਮਨੁੱਖ ਦਾ ਜਨਮ ਸਫਲ ਹੋ ਜਾਵੇ ਕਿਸੇ ਤਰ੍ਹਾਂ, ਕਿਉਂਕਿ 84 ਲੱਖ ਜੂਨ ਤੋਂ ਸਭ ਤੋਂ ਉੱਤਮ ਜੂਨ ਇਹ ਮਨੁੱਖ ਜੂਨ ਮੰਨੀ ਗਈ ਹੈ। ਸੋ ਇਹਦਾ ਲਾਹਾ ਖੱਟੀਏ, ਸਤਿਗੁਰ ਦੇ ਨਾਲ ਇੱਕਮਿਕ ਹੋ ਕੇ ਆਪਣਾ ਇਹ ਜੀਵਨ ਸਫਲ ਕਰੀਏ ਸਾਰੇ ਜਾਣੇ। ਸੋ ਇਹ ਜਿਹੜਾ ਸਮਾਂ ਚੱਲ ਰਿਹਾ ਹੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਚੱਲ ਰਿਹਾ, ਜਿਹਨੂੰ ਅਸੀਂ 5 ਭਾਦਰੋਂ ਦੇ ਮੇਲੇ ਦੇ ਨਾਂ 'ਤੇ ਬੜਾ ਜਾਣਦੇ ਹਾਂ, ਕਿਉਂਕਿ ਇਹਦਾ ਸੰਬੰਧ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨਾਲ ਹੈ। ਹੁਣੇ ਹੀ ਆ ਐਤਵਾਰ ਪਿੱਛੇ 5 ਭਾਦਰੋਂ ਦਾ ਮੇਲਾ ਮਨਾਇਆ ਗਿਆ ਬੜੀ ਧੂਮਧਾਮ ਨਾਲ ਰਮੇਸ਼ ਨਗਰ ਦੇ ਵਿੱਚ। ਇਹ ਦਿੱਲੀ, ਹਰਿਆਣਾ, ਪੰਜਾਬ, ਪੂਰੇ ਭਾਰਤ ਵਿੱਚ ਸਮੇਂ ਅਨੁਸਾਰ ਇਹ ਵੱਖਰੀਆਂ ਵੱਖਰੀਆਂ ਤਰੀਕਾਂ 'ਤੇ ਮਨਾਏ ਜਾਂਦੇ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ। ਕਿਉਂ ਮਨਾਏ ਜਾਂਦੇ ਨੇ? ਕਿਉਂਕਿ ਉਸ ਮਹਾਨ ਸਤਿਗੁਰ ਨੇ ਜੋ ਸਾਡੇ ਵਾਸਤੇ ਉਪਕਾਰ ਕੀਤੇ ਨੇ, ਉਸ ਮਹਾਨ ਸ਼ਖਸੀਅਤ ਨੇ ਸਾਡੇ 'ਤੇ ਜੋ ਪਰਉਪਕਾਰ ਕੀਤੇ ਨੇ, ਉਹ ਗਿਣਾਏ ਨਹੀਂ ਜਾ ਸਕਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਸੰਭਾਲਿਆ। ਮੈਂ ਕਹਿੰਦਾ ਨਿਰਾ ਸੰਭਾਲਿਆ ਹੀ ਨਹੀਂ, ਉਹਨੂੰ ਪ੍ਰਫੁੱਲਿਤ ਕੀਤਾ, ਸੁਰਜੀਤ ਕੀਤਾ। ਅੱਜ ਵੇਖੋ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੀ ਕਿਰਪਾ ਦੇ ਨਾਲ ਬਾਗ ਜਿਹੜੇ ਨੇ ਖਿੜੇ ਭਰੇ ਨਜ਼ਰ ਆਉਣ ਡਏ ਨੇ। ਸਭ ਉਹਨਾਂ ਦੇ ਲਾਏ ਹੋਏ ਬੂਟੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸਲ ਮਰਿਆਦਾ ਜਿਹੜੀ ਹੈ, ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਹੀ ਚਲਾਈ ਹੈ ਆਪਣੇ ਸਮੇਂ 'ਚ ਆਣ ਕੇ। ਸੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੈਸੇ ਸਨ, ਕੈਸਾ ਸੀ ਦਰਸ਼ਨ ਇਹਨਾਂ ਦਾ। 6.5 ਫੁੱਟਾ ਇਹਨਾਂ ਦੀ ਕੱਦ ਕਾਠੀ ਕਹਿੰਦੇ ਨੇ, ਉੱਚਾ ਲੰਮਾ ਤੇ ਚੰਗੀ ਭਰਵੀਂ ਕੱਦ ਕਾਠੀ ਵੇਖਣ 'ਚ ਨਜ਼ਰ ਆਈ ਹੈ। ਮਹਾਤਮਾ ਦਰਸ਼ਨਾਂ ਦੀ ਬਾਬਤ ਦੱਸਦੇ ਨੇ ਵੀ ਕੈਸਾ ਸੀ ਇਹਨਾਂ ਦਾ ਦਰਸ਼ਨ। ਕਹਿੰਦੇ ਨੇ ਕਮਲ ਸਮਾਨ ਨੈਣ ਕੋਇਲ ਸੇ ਮੀਠੇ ਬੈਣ, ਮੁਖੜੇ ਕੀ ਤਾਬ ਜੋ ਸਮਾਣਿਆ ਫਤਾਬੇ। ਕਹਿੰਦੇ ਨੇ ਕਮਲ ਸਮਾਨ ਨੈਣ ਕੋਇਲ ਸੇ ਮੀਠੇ ਬੈਣ, ਮੁਖੜੇ ਕੀ ਤਾਬ ਜੋ ਸਮਾਨ ਆਫਤਾਬੇ। ਕਾਲੇ ਕਾਲੇ ਕੇਸ ਕਾਲੀ ਘੜਾ ਕੇ ਸਮਾਨ ਹੈ, ਕੇਸ ਜੂ ਸ਼ੇਰ ਜੂ ਮਸਹਿਰੇ ਹੋਂਠ ਪੰਖੜੀ ਗੁਲਾਬੇ। गले सोहे माला मोतियों से अधिक आला, सफेद जोड़ा सफेद चोगा शोभदा जनाबे। शीश दसार है कैलाश की चोटी समान, गुरु प्रताप सिंह तेरी शान लाजवाब। ऐसे सन सतगुरु प्रताप सिंह सच्चे पातशाह, जिन्हां ने भी एक बारी दर्शन कर लिया फिर इन्हां दे ही हो के रह गए उन्हां समयां दे विच। सो बड़े ही उपकार सतगुरु प्रताप सिंह सच्चे पातशाह जी ने कीते ने। 1947 का साका जिहड़ा होया भारत ते दो टोटे जदों होए ने, उदों सतगुरु प्रताप सिंह सच्चे पातशाह पहलां ही जाके लाहौर विच जिथे जिथे अपनी संगत रिहायशां करदी सी, घर घर जा के पिंडां पिंडां 'च जा के ते उत्थे होका देंदे रहे ने बई
15 ਅਗਸਤ ਤੋਂ ਪਹਿਲਾਂ ਰਾਵੀਓ ਪਾਰ ਹੋ ਜਾਓ, ਭਾਰਤ ਦੇ 2 ਟੋਟੇ ਹੋ ਜਾਣੇ ਨੇ ਤੇ ਬੜੀ ਲੂਟ ਮਾਰ ਹੋਣੀ, ਇੱਥੇ ਮਾਰੋ ਮਾਰ ਹੋ ਜਾਣੀ ਹੈ। ਤੇ ਚੰਗਾ ਕਰੋ ਤੇ ਇੱਕ 2 ਜੀ ਜਿਹੜੇ ਇੱਥੇ ਰਹੋ ਤੇ ਬਾਕੀ ਸਾਰਾ ਮਾਲ ਡੰਗਰ ਲੈ ਕੇ ਤੇ ਰਾਵੀਓ ਪਾਰ ਹੋ ਜਾਓ 15 ਅਗਸਤ ਤੋਂ ਪਹਿਲਾਂ। ਸਤਿਗੁਰਾਂ ਨੇ ਪਹਿਲਾਂ ਹੀ ਇਹ ਆਪਣੀ ਦੂਰਦਰਸ਼ਤਾ ਵਿਖਾਤੀ ਸੀ। ਜਿੱਥੇ ਮਨੁੱਖ ਦਾ ਇਹ ਭਲਾ ਸਤਿਗੁਰ ਹਮੇਸ਼ਾ ਹੀ ਸੋਚਦੇ ਆਏ ਨੇ, ਨੀਵੀਆਂ ਜਾਤਾਂ ਨੂੰ ਹਮੇਸ਼ਾ ਹੀ ਚੁੱਕਦੇ ਆਏ ਨੇ, ਉੱਥੇ ਸੱਚੇ ਪਾਤਸ਼ਾਹ ਪਸ਼ੂ ਪਾਲਣ ਦੇ ਵੀ ਬੜੇ ਸ਼ੌਕੀਨ ਸਨ। ਮੈਂ ਸਮੇਂ ਦੇ ਅਨੁਸਾਰ ਥੋੜ੍ਹੀਆਂ ਝਲਕੀਆਂ ਆਪ ਜੀ ਦੇ ਸਾਹਮਣੇ ਰੱਖਣੀਆਂ। ਸਤਿਗੁਰ ਸੱਚੇ ਪਾਤਸ਼ਾਹ ਗਊ ਪਾਲਣ ਦੇ ਬੜੇ ਸ਼ੌਕੀਨ ਸਨ। ਚੰਗੀਆਂ ਨਸਲਾਂ ਦੀਆਂ ਗਊਆਂ ਲੈ ਕੇ ਤੇ ਸੱਚੇ ਪਾਤਸ਼ਾਹ ਐਸੀ ਉਹਨਾਂ ਦੀ ਸੇਵਾ ਕੀਤੀ ਕਿ ਸਾਰੇ ਉਹਨਾਂ ਦੇ ਦੁੱਧ ਦੇ ਰਿਕਾਰਡ ਤੋੜਦੇ ਸਨ। ਉਹਨਾਂ ਦੇ ਸੰਸਾਰ 'ਚ ਕੀ ਹੁੰਦਾ ਸੀ ਬਈ ਜਿੰਨੀਆਂ ਵੀ ਚੰਗੀਆਂ ਨਸਲਾਂ ਹੋਣ ਭਾਵੇਂ ਮਾੜੀਆਂ ਹੋਣ, ਜਦੋਂ ਉਹਨਾਂ ਦਾ ਦੁੱਧ ਸੁੱਕ ਜਾਣਾ ਤੇ ਬਾਹਰ ਦੇ ਵਪਾਰੀ ਜਿਹੜੇ ਸਨ ਉਹ ਆਣ ਕੇ ਇਹਨਾਂ ਨੂੰ ਇੱਥੋਂ ਲੈ ਜਾਂਦੇ ਸਨ ਤੇ ਜਾ ਕੇ ਉਹਨਾਂ ਦੀ ਜੀਭਾ ਕਰ ਦਿੰਦੇ ਹੁੰਦੇ ਸਨ, ਭਾਵ ਮਾਰ ਦਿੰਦੇ ਸਨ ਜਾ ਕੇ ਉਹਨਾਂ ਨੂੰ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਤੇ ਬੜਾ ਮਾੜਾ ਕੰਮ ਹੋਣ ਡਿਆ, ਕਿਉਂਕਿ ਗਊ ਤੇ ਗਰੀਬ ਦੀ ਰੱਖਿਆ ਕਿਵੇਂ ਹੋਏਗੀ। ਸਤਿਗੁਰ ਤੇ ਹਮੇਸ਼ਾ ਹੀ ਗਊ ਗਰੀਬ ਦਾ ਰੱਖਕ ਬਣ ਕੇ ਆਉਂਦਾ ਇਸ ਸੰਸਾਰ ਦੇ ਵਿੱਚ। ਸਤਿਗੁਰਾਂ ਪਤਾ ਕਰਾਇਆ ਉਹਨਾਂ ਵਪਾਰੀਆਂ ਕੋਲੋਂ ਤੇ ਵਪਾਰੀਆਂ ਦੇ ਨਾਲ ਗੱਲਬਾਤ ਕਰਕੇ ਤੇ ਸਤਿਗੁਰਾਂ ਨੇ ਫਿਰ ਉਹ ਇੱਕ ਟਰੱਕ ਜਿਹੜੀਆਂ ਗਊਆਂ ਇੱਥੋਂ ਕਲਕੱਤੇ ਲੈ ਕੇ ਜਾਈਆਂ ਜਾ ਰਹੀਆਂ ਸਨ, ਕਲਕੱਤੇ ਫਿਰ ਬੰਦਰਗਾਹ ਤੋਂ ਫਿਰ ਉਹਨਾਂ ਨੇ ਬਾਹਰਲੇ ਦੇਸ਼ ਭੇਜਣੀਆਂ ਸਨ। ਸਤਿਗੁਰਾਂ ਉਹਦਾ ਮੁੱਲ ਚੁਕਾ ਕੇ ਤੇ ਉਹ ਟਰੱਕ ਜਿਹੜਾ ਆਪ ਖਰੀਦ ਲਿਆ ਉਹਨਾਂ ਗਊਆਂ ਦਾ। ਉਹਨਾਂ ਗਊਆਂ ਨੂੰ ਫਿਰ ਚਾਹੇ ਉਹ ਸੁੱਕੀਆਂ ਸੜੀਆਂ ਸਨ ਚਾਹੇ ਬਿਮਾਰ ਸਨ, ਕਿਉਂਕਿ ਉਹਨਾਂ ਨੇ ਤੇ ਜਾ ਕੇ ਮਾਰ ਦੇਣੀਆਂ ਸਨ। ਸਤਿਗੁਰਾਂ ਉਹਨਾਂ ਨੇ ਬੜੀ ਸੇਵਾ ਕੀਤੀ ਉਹਨਾਂ ਗਊਆਂ ਦੀ, ਤੇ ਮਹੀਨੇ ਦੇ ਵਿੱਚ ਹੀ ਐਸੀ ਸੇਵਾ ਕਰਕੇ ਤੇ ਐਸਾ ਉਹਨਾਂ ਨੂੰ ਤੰਦਰੁਸਤ ਤੇ ਰਸ਼ਟ ਪੁਸ਼ਟ ਬਣਾਤਾ। 10 ਸੇਰ ਇੱਕ ਟਾਈਮ ਦਾ ਦੁੱਧ ਦੇਣ ਲੱਗ ਪਈਆਂ ਉਹ ਗਊਆਂ। ਇਤਿਹਾਸ ਵਿੱਚ ਆਇਆ ਵੀ 17 ਸੇਰ ਤੱਕ ਦੁੱਧ ਦਿੰਦੀਆਂ ਰਹੀਆਂ ਨੇ ਉਹ ਗਊਆਂ। ਐਸੇ ਰਿਕਾਰਡ ਤੋੜਤੇ ਸਤਿਗੁਰਾਂ ਨੇ। ਸੋ ਸੱਚੇ ਪਾਤਸ਼ਾਹ ਜਿੱਥੇ ਮਨੁੱਖ ਦਾ ਭਲਾ ਕਰਦੇ ਆਏ ਨੇ, ਨੀਵੀਆਂ ਜਾਤਾਂ ਨੂੰ ਚੁੱਕਦੇ ਆਏ ਨੇ, ਗਊ ਤੇ ਗਰੀਬ ਦਾ ਰੱਖਕ ਬਣ ਕੇ ਆਏ ਨੇ, ਉੱਥੇ ਪਸ਼ੂਆਂ ਦੇ ਵੀ ਬੜੇ ਰੱਖਕ ਬਣੇ ਰਹੇ ਨੇ। ਪਸ਼ੂ ਪਾਲਣ ਦੇ ਬੜੇ ਸ਼ੌਕੀਨ ਸਨ। ਸੋ ਮੈਂ ਦੱਸਣ ਡਿਆ ਹਾਂ ਵੀ ਜਦੋਂ ਸਾਕਾ ਜਿਹੜਾ ਇਹ 1947 ਦਾ ਬਣਿਆ ਤੇ ਉਦੋਂ ਜਿੰਨੇ ਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਆ ਗਏ ਨੇ ਤੇ ਬੜੇ ਸੌਖੇ ਰਹਿ ਗਏ ਨੇ, ਤੇ ਜਿਹੜੇ ਆਪਣੇ ਪਰਿਵਾਰਿਕ ਰੁਝੇਵਿਆਂ ਕਰਕੇ ਉੱਥੇ ਫਸੇ ਰਹੇ ਨੇ ਜਾਂ ਹੋਰ ਕੋਈ ਕਾਰਨ ਬਣ ਗਿਆ ਨਹੀਂ ਆਇਆ ਗਿਆ, ਤਾਂ ਫਿਰ ਉਹ ਜਿਸ ਤਰ੍ਹਾਂ ਆਏ ਨੇ ਉਹ ਹੀ ਜਾਣ ਸਕਦੇ ਨੇ ਵੀ ਕਿੰਨੀਆਂ ਮੁਸੀਬਤਾਂ 'ਚ ਆਏ ਨੇ। ਕਈ ਇੱਥੋਂ ਤੱਕ ਪਹੁੰਚ ਗਏ ਸਨ, ਅੰਮ੍ਰਿਤਸਰ ਵਾਹਗਾ ਬਾਰਡਰ ਤੱਕ, ਤੇ ਕਈ ਪਹੁੰਚ ਹੀ ਨਹੀਂ ਸਕੇ। ਕਿਸੇ ਦਾ ਮਾਂ ਵਿਛੜ ਗਈ ਹੈ, ਕਿਸੇ ਦਾ ਪਿਓ ਵਿਛੜ ਗਿਆ, ਕਿਸੇ ਦਾ ਭੈਣ, ਕਿਸੇ ਦਾ ਭਰਾ, ਕਿਸੇ ਦਾ ਪੁੱਤਰ, ਇਹੋ ਜਿਹੇ ਹਾਲਾਤ ਉਦੋਂ ਬਣੇ ਸਨ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਿਸੇ ਦੇ ਨਾਲ ਵਿਤਕਰਾ ਨਹੀਂ ਰੱਖਿਆ। ਜੇ ਕੋਈ ਹੁਕਮ ਮੰਨ ਕੇ ਆ ਗਿਆ ਤਾਂ ਵੀ ਬੜੀ ਵਧੀਆ ਗੱਲ ਏ, ਤੇ ਜੇ ਉਸ ਤੋਂ ਬਾਅਦ ਵੀ ਜਿਹੜੇ ਸਮੇਂ ਦੇ ਅਨੁਸਾਰ ਮਾਰ ਖਾ ਕੇ ਆਏ ਨੇ ਸਤਿਗੁਰਾਂ, ਉਹਨਾਂ ਦੇ ਵੀ ਆਣ ਕੇ ਬੜੀ ਸੇਵਾ ਕੀਤੀ। ਸਤਿਗੁਰਾਂ ਵਾਹਗਾ ਬਾਰਡਰ ਅੰਮ੍ਰਿਤਸਰ ਤੇ ਉੱਥੇ ਬੜਾ ਭਾਰੀ ਉਹਨਾਂ ਸਮਿਆਂ ਦੇ ਵਿੱਚ ਲੰਗਰ ਲਵਾਇਆ, ਜਲ ਪਾਣ ਉੱਥੇ ਸ਼ੁਰੂ ਕਰਵਾਇਆ। ਜਿੰਨੇ ਵੀ ਉੱਥੋਂ ਭੁੱਲੇ ਭਟਕੇ ਭੁੱਖੇ ਨੰਗੇ ਆਉਂਦੇ ਸਨ ਉਹਨਾਂ ਦੇ ਵਾਸਤੇ ਸੱਚੇ ਪਾਤਸ਼ਾਹ ਫਿਰ ਇਹ ਆਸਰਾ ਬਣਦੇ ਸਨ। ਭੁੱਖੇ ਨੰਗੇ ਛੱਡ ਘਰ ਬਾਹਰ ਆਏ, ਤੇ ਹੁਕਮ ਗੁਰਾਂ ਦਾ ਉਹਨਾਂ ਨੇ ਖੁਜਾ ਦਿੱਤਾ। ਜਿੰਨੇ ਵੀ ਉੱਥੋਂ ਭੁੱਖੇ ਨੰਗੇ ਆਏ ਸਨ ਸਤਿਗੁਰਾਂ ਕੋਈ ਵਿਤਕਰਾ ਨਹੀਂ ਕੀਤਾ। ਜਿਹੜਾ ਵੀ ਚਾਹੇ ਕੋਈ ਸਿੱਖ ਹੈ ਚਾਹੇ ਕੋਈ ਨਾਮਧਾਰੀ ਹੈ,
ਜਿਹੜਾ ਵਾਘਾ ਬਾਰਡਰ ਤੱਕ ਪਹੁੰਚ ਗਿਆ, ਸਤਿਗੁਰਾਂ ਉੱਥੇ ਸਾਰਿਆਂ ਨੂੰ ਜਲ ਪਾਣ ਛਕਵਾਇਆ, ਜਿੰਨਾ ਜ਼ਰੂਰਤ ਸੀ ਲੰਗਰ ਛਕਵਾਇਆ, ਕੱਪੜਾ ਲੀੜਾ ਉੱਥੇ ਦਿੱਤਾ ਉਹਨਾਂ ਨੂੰ। ਭੁੱਖੇ ਨੰਗੇ ਘਰ ਛੱਡ ਬਾਹਰ ਆਏ ਤੇ ਹੁਕਮ ਗੁਰਾਂ ਦਾ ਉਹਨਾਂ ਖੁਝਾ ਦਿੱਤਾ। ਕੀਤੀ ਮੇਰ ਦੀ ਨਜ਼ਰ ਉਹਨਾਂ ਸਾਰਿਆਂ ਤੇ ਗੇੜ 84 ਦਾ ਫੇਰ ਮੁਕਾ ਦਿੱਤਾ। ਸਾਰਿਆਂ ਦਾ ਉੱਥੇ ਹੌਸਲਾ ਬਣਾਇਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਤੇ ਫਿਰ ਕੀ ਕੀਤਾ ਬਈ ਉੱਧਰੋਂ ਜਿੰਨੇ ਵੀ ਆਉਂਦੇ ਸਨ ਉਹਨਾਂ ਸਾਰਿਆਂ ਨੂੰ ਫਿਰ ਨਾਮਧਾਰੀਆਂ ਵਾਸਤੇ ਸਤਿਗੁਰਾਂ ਇੱਕ ਵੱਖਰਾ ਪਰਾਯੋਜਨ ਸ਼ੁਰੂ ਕੀਤਾ ਹੋਇਆ ਸੀ। ਜਿੰਨੇ ਵੀ ਉੱਧਰੋਂ ਆਉਂਦੇ ਸਨ ਉਹਨਾਂ ਨੂੰ ਸਰਸੇ ਜ਼ਿਲ੍ਹੇ ਵੱਲ ਸੱਚੇ ਪਾਤਸ਼ਾਹ ਵਸਾਉਣਾ ਸੀ, ਉੱਥੇ ਆਬਾਦ ਕਰਾਉਣਾ ਸੀ। ਸਤਿਗੁਰਾਂ ਨੇ ਉੱਥੇ 4 ਪਿੰਡਾਂ ਦੀ ਪਹਿਲਾਂ ਹੀ ਜਗ੍ਹਾ ਲੈ ਰੱਖੀ ਸੀ। ਇਹਨਾਂ ਸਮਿਆਂ ਦੇ ਵਿੱਚ ਇਤਿਹਾਸ ਦੱਸਿਆ ਵੀ ਉਹਨਾਂ ਸਮਿਆਂ 'ਚ ਲਗਭਗ 32 ਲੱਖ ਰੁਪਈਆ ਸੱਚੇ ਪਾਤਸ਼ਾਹ ਲਗਾ ਕੇ ਤੇ 4 ਪਿੰਡਾਂ ਦੀ ਜਗ੍ਹਾ ਖਰੀਦੀ ਹੈ, ਰਜਿਸਟਰਡ ਕਰਵਾਈ ਉਹਨਾਂ ਸਮਿਆਂ 'ਚ ਬਈ ਜਿਹੜੇ ਵੀ ਨਾਮਧਾਰੀ ਉੱਥੋਂ ਆਉਣਗੇ ਉਹਨਾਂ ਨੂੰ ਇੱਥੇ ਵਸਾਉਣਾ ਸਤਿਗੁਰਾਂ ਨੇ। ਜਿਨ੍ਹਾਂ ਦਾ ਨਾਂ ਅੱਜ ਅਸੀਂ ਜਾਣਦੇ ਹਾਂ, ਸ੍ਰੀ ਜੀਵਨ ਨਗਰ, ਸੰਤ ਨਗਰ, ਹਰੀਪੁਰਾ ਤੇ ਕਰੀਵਾਲਾ ਦਮਦਮਾ ਦੇ ਨਾਂ ਤੇ ਜਾਣਿਆ ਜਾਂਦਾ ਹੈ। ਇਹਨਾਂ 4 ਪਿੰਡਾਂ 'ਚ ਇਹ ਹੁਣ ਇਸ ਟਾਈਮ ਨਾਮਧਾਰੀਆਂ ਦਾ ਗੜ੍ਹ ਬਣਿਆ ਦਾ ਇਹਨਾਂ ਸਮਿਆਂ 'ਚ। ਸੋ ਸੱਚੇ ਪਾਤਸ਼ਾਹ ਇਹਨਾਂ ਤੇ ਬੜੀ ਕਿਰਪਾ ਕੀਤੀ, ਇਹਨਾਂ ਸਾਰਿਆਂ ਨੂੰ ਇੱਥੇ ਵਸਾਇਆ। ਤੇ ਅੱਜ ਜਰਾ ਜਾ ਕੇ ਵੇਖੋ, ਇਹਨਾਂ ਦੇ ਵੱਲ ਧਿਆਨ ਕਰੋ। ਉਹ ਜਿਹੜੇ ਭੱਜੇ ਨਸੇ ਭੁੱਖੇ ਨੰਗੇ ਪਾਕਿਸਤਾਨੋਂ ਆਏ ਸਨ, ਅੱਜ ਮੈਂ ਕਹਿੰਦਾ ਲੱਖਾਂ ਪਤੀ ਨਹੀਂ ਕਰੋੜਾਂ ਪਤੀ ਬਣੇ ਪਏ ਨੇ ਉੱਥੇ ਜਗ੍ਹਾ ਤੇ। ਸੱਚੇ ਪਾਤਸ਼ਾਹ 5-5 10-10 ਮੁਰੱਬੇ ਦਿੱਤੇ ਸਨ, ਅੱਜ ਪਤਾ ਹੀ ਨਹੀਂ ਅਣਗਿਣਤ ਜਗ੍ਹਾ ਉੱਥੇ ਇਹਨਾਂ ਨੇ ਲੈ ਕੇ ਤੇ ਉੱਥੇ ਕਰੋੜਾਂ ਪਤੀ ਬਣੇ ਹੋਏ ਨੇ। ਤੇ ਕਦੀ ਇਹਨਾਂ ਦੇ ਨਾਲ ਜੇ ਗੱਲ ਕੀਤੀ ਜਾਵੇ ਨਾ ਬਈ ਇੱਥੋਂ ਤੱਕ ਤੁਸੀਂ ਕਿਸ ਤਰ੍ਹਾਂ ਪਹੁੰਚੇ ਹੋ, ਤਾਂ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਆਉਂਦੀ ਉਹਨਾਂ ਨੂੰ। ਆਂਦੇ ਨੇ ਫਿਰ ਕਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕੀਤੀ, ਭੁੱਖੇ ਨੰਗਿਆਂ ਨੂੰ ਆਉਂਦਿਆਂ ਆਪਣੇ ਗਲ ਲਾਇਆ, ਕੱਪੜਾ ਲੀੜਾ ਦਿੱਤਾ, ਮਕਾਨ ਦਿੱਤੇ, ਤੇ ਪਤਾ ਨਹੀਂ ਕਿੰਨੀਆਂ ਕਿੰਨੀਆਂ ਕਿਰਪਾਵਾਂ ਕਰਕੇ ਤੇ ਅੱਜ ਵੇਖੋ ਅਸੀਂ ਲੱਖਾਂ ਪਤੀ ਤੇ ਕਰੋੜਾਂ ਪਤੀ ਬਣੇ ਹੋਏ। ਤੇ ਆਂਦੇ ਨੇ ਕਹਿੰਦੇ ਨੇ ਉਹ ਜੀ ਮਹਿਮਾ ਗੁਰੂ ਪ੍ਰਤਾਪ ਸਿੰਘ ਦੀ ਮੇਰੀ ਦੱਸੇ ਕੀ ਜ਼ਬਾਨ। ਮਹਿਮਾ ਗੁਰੂ ਪ੍ਰਤਾਪ ਸਿੰਘ ਦੀ ਮੇਰੀ ਦੱਸੇ ਕੀ ਜ਼ਬਾਨ। ਮਹਿਮਾ ਗੁਰੂ ਪ੍ਰਤਾਪ ਸਿੰਘ ਦੀ ਮੇਰੀ ਦੱਸੇ ਉਹ ਜੀ ਮੇਰੀ ਦੱਸੇ ਕੀ ਜ਼ਬਾਨ, ਮੇਰੀ ਦੱਸੇ ਕੀ ਜ਼ਬਾਨ। ਉਹ ਜੀ ਮਹਿਮਾ ਗੁਰੂ ਪ੍ਰਤਾਪ ਸਿੰਘ ਦੀ ਮੇਰੀ ਦੱਸੇ ਕੀ ਜ਼ਬਾਨ। ਮਹਿਮਾ ਗੁਰੂ ਪ੍ਰਤਾਪ ਸਿੰਘ ਦੀ ਮੇਰੀ ਦੱਸੇ ਕੀ ਜ਼ਬਾਨ। ਮਹਿਮਾ ਗੁਰੂ
ਪਤਾ ਨਹੀਂ ਕਿੰਨੇ ਹੀ ਅਣਗਿਣਤ ਉਪਕਾਰ ਸਤਿਗੁਰੂ ਪ੍ਰਤਾਪ ਸਿੰਘ ਦੇ ਗਿਣਾਏ ਨਹੀਂ ਜਾ ਸਕਦੇ ਥੋੜ੍ਹੇ ਜਿਹੇ ਸਮੇਂ ਅਨੁਸਾਰ, ਕਿਉਂਕਿ ਸਤਿਗੁਰੂ ਦਾ ਇਤਿਹਾਸ ਬਹੁਤ ਪਹਾੜ ਜਿੱਡਾ ਦੱਸਿਆ ਗਿਆ। ਪਰ ਇੱਕ ਮਰਿਆਦਾ ਬਣੀ ਹੈ ਸੰਸਾਰ ਦੀ। ਜਿੰਨਾ ਮਰਜੀ ਕੋਈ ਮਹਾਨ ਸਤਿਗੁਰ ਹੋਏ, ਜਿੱਡੀ ਮਰਜੀ ਕੋਈ ਮਹਾਨ ਸ਼ਕਤੀ ਹੋਵੇ, ਪਰ ਇੱਕ ਸੰਸਾਰ ਦੀ ਮਰਿਆਦਾ ਬਣੀ ਹੈ ਵੀ ਜਿਹੜਾ ਵੀ ਪੰਜ ਭੌਤਿਕ ਸਰੀਰ ਲੈ ਕੇ ਆਇਆ ਉਹਨੂੰ ਸੰਸਾਰ ਦੀ ਮਰਿਆਦਾ ਦੇ ਵਿੱਚ ਰਹਿ ਕੇ ਆਪਣਾ ਜੀਵਨ ਵਿਆਪਨ ਕਰਨਾ ਪੈਣਾ, ਕਿਉਂਕਿ ਹੋਣੀ ਜਿਹੜੀ ਏ ਉਹ ਆਪਣਾ ਕੰਮ ਕਰਦੀ ਏ, ਸਮੇਂ ਨੂੰ ਬਦਲਦੀ ਰਹਿੰਦੀ ਏ ਨਾਲੋਂ ਨਾਲ, ਕਦੇ ਵੀ ਸਮਾਂ ਇੱਕੋ ਜਿਹਾ ਨਹੀਂ ਰਹਿਣ ਦਿੰਦੀ। ਹੋਣੀ ਕਹੇ ਮੈਂ ਸਭ ਤੋਂ ਵੱਡੀ, ਅਕਲ ਕਹੇ ਮੈਂ ਸਭ ਤੋਂ ਵੱਡੀ, ਜਿਹੜੀ ਵਿੱਚ ਕਚਹਿਰੀ ਲੜਦੀ। ਅਕਲ ਕਹੇ ਮੈਂ ਸਭ ਤੋਂ ਵੱਡੀ, ਜਿਹੜੀ ਵਿੱਚ ਕਚਹਿਰੀ ਲੜਦੀ। ਵਿਦਿਆ ਕਹੇ ਮੈਂ ਸਭ ਤੋਂ ਵੱਡੀ, ਜਿਹੜੀ ਪਲ ਪਲ ਖਬਰ ਮੈਂ ਦੱਸਦੀ। ਤੇ ਮਾਇਆ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਦੁਨੀਆ ਸਜਦੇ ਕਰਦੀ। ਤੇ ਹੋਣੀ ਕਹੇ ਤੁਸੀਂ ਸਾਰੇ ਝੂਠੇ, ਤੇ ਮੈਂ ਜੋ ਚਾਹਾਂ ਸੋ ਕਰਦੀ। ਹੋਣੀ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ, ਕਿਉਂਕਿ ਮਰਿਆਦਾ ਇੱਕ ਸੰਸਾਰ ਦੀ ਐਸੀ ਬਣੀ ਏ ਬਈ ਜਿਹੜਾ ਪੰਜ ਭੌਤਿਕ ਸਰੀਰ ਲੈ ਕੇ ਆਇਆ ਉਹਨੂੰ ਇਹ ਸੰਸਾਰ ਤੋਂ ਜਾਣਾ ਪੈਣਾ। ਸੋ ਪੰਜ ਭਾਦਰੋਂ ਦਾ ਜਿਹੜਾ ਮੇਲਾ ਹੈ ਸਤਿਗੁਰਾਂ ਦਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ, ਉਹ ਜੋਤੀ ਜੋਤ ਦੇ ਨਾਲ ਸੰਬੰਧਿਤ ਮੇਲਾ ਮਨਾਇਆ ਜਾਂਦਾ ਹੈ। ਸੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅੰਤਮ ਸਮਾਂ ਹੈ ਉਹ ਮੰਡੀ ਦੇ ਇਲਾਕੇ ਦਾ ਵੇਖਿਆ ਗਿਆ, ਇਤਿਹਾਸ 'ਚ ਆਇਆ ਹੈ। ਸੱਚੇ ਪਾਤਸ਼ਾਹ ਇਸ ਤੋਂ ਪਹਿਲਾਂ ਜੀਵਨ ਨਗਰ ਵੀ ਥੋੜ੍ਹਾ ਟਾਈਮ ਦੇ ਕੇ ਆਏ ਨੇ, ਫਿਰ ਦਿੱਲੀ ਆਏ ਨੇ ਭੈਣੀ ਸਾਹਿਬ, ਫਿਰ ਸੱਚੇ ਪਾਤਸ਼ਾਹ ਗਰਮੀ ਮਹਿਸੂਸ ਕੀਤੀ ਹੈ ਤਾਂ ਫਿਰ ਮੰਡੀ ਚਲੇ ਗਏ ਨੇ ਉਹਨਾਂ ਸਮਿਆਂ 'ਚ। ਨਾਲੇ ਤੇ ਉਦੋਂ ਜਪ ਪ੍ਰਯੋਗ ਚੱਲਣ ਡਿਆ ਸੀ, ਕਿਉਂਕਿ ਉਹਨਾਂ ਸਮਿਆਂ 'ਚ ਜਿਹੜਾ ਜਪ ਪ੍ਰਯੋਗ ਚੱਲਦਾ ਸੀ ਉਹ ਸਾਵਣ ਤੇ ਭਾਦਰੋਂ ਦਾ ਦੋਨਾਂ ਨੂੰ ਮਿਲਾ ਕੇ ਤੇ 40 ਦਿਨਾਂ ਦਾ ਰੱਖਿਆ ਜਾਂਦਾ ਸੀ ਉਹਨਾਂ ਸਮਿਆਂ 'ਚ। ਸੱਚੇ ਪਾਤਸ਼ਾਹ ਮੰਡੀ ਚਲੇ ਗਏ ਤੇ ਭੈਣੀ ਸਾਹਿਬ ਜਪ ਪ੍ਰਯੋਗ ਰੱਖਿਆ ਤੇ 10 ਦਿਨ ਹੋ ਗਏ ਨੇ। ਸੰਗਤਾਂ ਹੁਣ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਲਲਾਇਤ ਹੋਣ ਡੀਆਂ ਨੇ ਬਈ ਦਰਸ਼ਨ ਕਿਉਂ ਨਹੀਂ ਹੋਣ ਡੇ ਸਤਿਗੁਰਾਂ। ਬੜੀਆਂ ਚਿੱਠੀਆਂ ਤਾਰਾਂ ਭੇਜੀਆਂ ਗਈਆਂ ਨੇ ਉੱਥੇ ਮੰਡੀ 'ਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ। ਆਖਰ ਬੇਨਤੀ ਸਵੀਕਾਰ ਹੋਈ ਏ। ਸਤਿਗੁਰਾਂ ਦੇ ਸੇਵਕ ਜਿਹੜੇ ਉਹਨਾਂ ਦੇ ਨਾਲ ਸੰਤ ਰਤਨ ਸਿੰਘ ਜੀ ਲਾਂਗਰੀ, ਭਾਈ ਵਜ਼ੀਰ ਸਿੰਘ ਜੀ, ਸੰਤ ਮੋਹਕਮ ਸਿੰਘ ਜੀ, ਸੰਤ ਰਤਨ ਸਿੰਘ ਜੀ, ਇਹਨਾਂ ਦੇ ਭਰਾ ਪ੍ਰੀਤਮ ਸਿੰਘ ਜੀ ਪੱਤੀ ਵਾਲੇ ਜਿਹੜੇ ਵਾਰਾ ਲਾਇਆ ਕਰਦੇ ਸਨ, ਇਹ ਸਾਰੇ ਸੇਵਕ ਸਤਿਗੁਰਾਂ ਦੇ ਉੱਥੇ ਨਾਲ ਹੀ ਹੁੰਦੇ ਸਨ। ਸੱਚੇ ਪਾਤਸ਼ਾਹ ਇਹਨਾਂ ਦਾ ਹੁਕਮ ਬੇਨਤੀਆਂ ਮੰਨ ਕੇ ਤੇ ਆਪਣੇ ਸਮੇਂ ਦੇ ਅਨੁਸਾਰ ਫਿਰ ਉਹ ਸ੍ਰੀ ਭੈਣੀ ਸਾਹਿਬ ਆ ਗਏ ਨੇ 32 ਸਾਵਨ ਨੂੰ। ਸਿਹਤ ਭਾਵੇਂ ਬੜੀ ਢਿੱਲੀ ਸੀ ਸਤਿਗੁਰਾਂ ਦੀ, ਜਿਹੜਾ ਵੀ ਸਫ਼ਰ ਉਹਨਾਂ ਨੇ ਮੰਡੀ ਤੋਂ ਲੈ ਕੇ ਸ੍ਰੀ ਭੈਣੀ ਸਾਹਿਬ ਦਾ ਕੀਤਾ, ਉਹ ਕਾਰ ਦੀ ਪਿਛਲੀ ਸੀਟ 'ਤੇ ਲੇਟ ਕੇ ਆਏ ਨੇ ਉਹਨਾਂ ਸਮਿਆਂ ਦੇ ਵਿੱਚ, ਕਿਉਂਕਿ ਖੜ੍ਹੇ ਹੋਣ ਜਿੰਨੀ ਵੀ ਸਮਰੱਥਾ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ। ਭੈਣੀ ਸਾਹਿਬ 32 ਸਾਵਨ ਨੂੰ ਸੱਚੇ ਪਾਤਸ਼ਾਹ ਹੁਕਮ ਕਰਤਾ ਸੀ ਬਈ ਗੋਲ ਮੰਦਰ ਦੀ ਸਫਾਈ ਕਰ ਦਿਓ, ਸੱਚੇ ਪਾਤਸ਼ਾਹ ਆ ਰਹੇ ਨੇ। ਉਸੇ ਤਰ੍ਹਾਂ ਹੀ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ 32 ਸਾਵਨ ਨੂੰ ਪਹੁੰਚ ਗਏ ਨੇ, ਪਰ ਸਿਹਤ ਬੜੀ ਢਿੱਲੀ ਸੀ, ਦਰਸ਼ਨ ਕਰਨ ਵਾਸਤੇ ਕਿਸੇ ਨੂੰ ਹੁਕਮ ਨਹੀਂ ਹੋਇਆ। ਸਵੇਰ ਦਾ ਹੁਕਮ ਦੱਸਣ ਡੇ ਸਨ ਬਈ ਜੇ ਆ ਜਾਏਗਾ ਤੇ ਦਰਸ਼ਨ ਕਰ ਲੈਣਗੇ ਸਾਰੇ, ਨਹੀਂ ਤੇ ਅਗਲਾ ਸਮਾਂ ਫਿਰ ਸਤਿਗੁਰੂ ਹੀ ਦੱਸਣਗੇ। ਪਰ 3-4 ਦਿਨ ਜਿਹੜਾ ਉਹ ਸਮਾਂ ਨਹੀਂ ਬਣਿਆ ਇਸ ਤਰ੍ਹਾਂ ਦਾ। ਸਤਿਗੁਰਾਂ ਦੀ ਸਿਹਤ ਹੋਰ ਢਿੱਲੀ ਹੁੰਦੀ ਗਈ ਏ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਾਬਾ ਜੀ ਦੇ ਨਾਂ 'ਤੇ ਉਦੋਂ ਜਾਣੇ ਜਾਂਦੇ ਸਨ।
ਬੇਅੰਤ ਜੀ ਦੇ ਨਾਂ 'ਤੇ ਇਹ ਸਾਰਾ ਪਰਿਵਾਰ ਮਹਾਰਾਜ ਵੀਰ ਸਿੰਘ ਜੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਦੋਨੋਂ ਨੂੰਹਾਂ ਜਗਤ ਮਾਤਾ ਸ੍ਰੀ ਚੰਦ ਕੌਰ ਜੀ ਤੇ ਮਾਤਾ ਦਲੀਪ ਕੌਰ ਜੀ, ਇਹ ਸਾਰਾ ਪਰਿਵਾਰ ਤੇ ਦੋਨੋਂ ਪੋਤਰੇ ਵੀ ਉੱਥੇ ਹੀ ਸਨ। ਉਹਨਾਂ ਸਮਿਆਂ ਦੇ ਵਿੱਚ ਸਮਾਂ ਬੜਾ ਗਮਗੀਨ ਸੀ ਉਹਨਾਂ ਸਮਿਆਂ ਦੇ ਵਿੱਚ, ਕਿਉਂਕਿ ਸਤਿਗੁਰਾਂ ਦੀ ਸਿਹਤ ਜਿਹੜੀ ਹੋਰ ਢਿੱਲੀ ਹੁੰਦੀ ਜਾ ਰਹੀ ਸੀ। ਹਾਲਾਂਕਿ ਮਹਾਰਾਜ ਵੀਰ ਸਿੰਘ ਜੀ ਨੇ ਪਹਿਲਾਂ ਇੱਥੋਂ ਕਟਾਣੀ ਤੋਂ ਡਾਕਟਰ ਸੱਦਿਆ, ਫਿਰ ਲੁਧਿਆਣੇ ਤੋਂ ਡਾਕਟਰ ਸੱਦਿਆ ਗਿਆ। ਦੋਨੋਂ ਡਾਕਟਰਾਂ ਨੇ ਆਪਸ 'ਚ ਸਲਾਹ ਮਸ਼ਵਰਾ ਕੀਤਾ ਤੇ ਕਟਾਣੀ ਵਾਲੇ ਡਾਕਟਰ ਨੇ ਜਦੋਂ ਸਤਿਗੁਰਾਂ ਦਾ ਫਿਰ ਮੁਆਇਨਾ ਕੀਤਾ ਤੇ ਫਿਰ ਵੇਖਿਆ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਤੇ ਪਦਮ ਚਿੰਨ੍ਹ ਵੇਖਿਆ ਇਹਨੇ। ਇਹ ਕਟਾਣੀ ਵਾਲੇ ਡਾਕਟਰ ਨੇ ਲੁਧਿਆਣੇ ਵਾਲੇ ਡਾਕਟਰ ਨਾਲ ਆਣ ਕੇ ਸਲਾਹ ਕੀਤੀ, ਕਹਿੰਦਾ ਬਈ ਮੈਂ ਅੱਜ ਤੱਕ ਸੁਣਿਆ ਹੀ ਸੀ ਬਈ ਮਹਾਰਾਜ ਰਾਮਚੰਦਰ ਜੀ ਦੇ ਚਰਨਾਂ 'ਚ ਪਦਮ ਚਿੰਨ੍ਹ ਹੁੰਦਾ ਸੀ, ਮਹਾਰਾਜ ਕ੍ਰਿਸ਼ਨ ਜੀ ਦੇ ਚਰਨਾਂ 'ਚ ਪਦਮ ਚਿੰਨ੍ਹ ਹੁੰਦਾ ਸੀ, ਪਰ ਅੱਜ ਮੈਂ ਪ੍ਰਤੱਖ ਵੇਖਣ ਡਿਆ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪਦਮ ਚਿੰਨ੍ਹ ਹੈ। ਇਹ ਤੇ ਆਪ ਤਰਲੋਕੀ ਦਾ ਮਾਲਕ ਹੈ, ਇਹਦਾ ਅਸਾਂ ਕੀ ਇਲਾਜ ਕਰਨਾ? ਇਹਨੂੰ ਕੋਈ ਰੋਗ ਨਹੀਂ ਪਤਾ ਲੱਗ ਗਿਆ ਹੁਣ ਸਾਨੂੰ, ਕਿਉਂਕਿ ਇਹ ਤਾਂ ਆਪ ਸਮੇਂ ਨੂੰ ਬਣਾਉਣ ਵਾਲਾ ਹੈ। ਸਮੇਂ ਦੇ ਵਿੱਚ ਰਹਿ ਕੇ ਇਹ ਆਪ ਜੋ ਮਰਜ਼ੀ ਕਰ ਸਕਦਾ ਹੈ, ਇਹਦੀ ਆਪਣੀ ਮਰਜ਼ੀ ਹੈ। ਪਰ ਮਹਾਰਾਜ ਜੀ ਕਹਿੰਦੇ ਹਨ ਵੀ ਹੁਣ ਤੁਹਾਨੂੰ ਸੱਦਿਆ, ਕੋਈ ਇਹਨਾਂ ਨੂੰ ਤਾਕਤ ਦਾ ਟੀਕਾ ਹੀ ਕੋਈ ਲਾ ਦਿਓ ਤਾਂ ਕਿ ਉੱਠ ਕੇ ਕੋਈ ਸਾਡੇ ਨਾਲ ਦੋ ਚਾਰ ਬਚਨ ਹੋ ਜਾਂਦੇ, ਦਰਸ਼ਨ ਕਰ ਲੈਂਦੇ ਅਸੀਂ। ਮਹਾਰਾਜ ਦੇ ਕਹਿਣ ਅਨੁਸਾਰ ਡਾਕਟਰਾਂ ਨੇ ਫਿਰ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੱਜੇ ਚੂਲੇ 'ਤੇ ਉਹ ਇੰਜੈਕਸ਼ਨ ਲਗਾਇਆ ਤੇ ਫਿਰ ਸੱਚੇ ਪਾਤਸ਼ਾਹ ਬਾਂਹ ਜਿਹੜੀ ਤਾਂ ਖੜੀ ਕਰਕੇ ਤੇ ਆਖਿਆ ਵੀ ਬਸ ਭਾਈ ਹੁਣ ਨਾ ਮੈਨੂੰ ਕੁਝ ਆਖਿਓ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੁਭਾਅ ਸੀ ਬੜਾ ਅਣਖੀਲਾ ਅਤੇ ਬੇਧੜਕ ਸਾਰੀਆਂ ਗੱਲਾਂ ਕਰਦੇ ਹੁੰਦੇ ਸਨ। ਸਤਿਗੁਰਾਂ ਉਸੇ ਤਰ੍ਹਾਂ ਹੀ ਬਾਂਹ ਚੱਕ ਕੇ ਤੇ ਆਖਿਆ ਬਈ ਹੁਣ ਨਾ ਮੈਨੂੰ ਕੁਝ ਆਖਿਓ, ਮੈਂ ਜਿਹੜੇ ਵੀ ਹਾਲਤ 'ਚ ਹੈਗਾ ਮੈਨੂੰ ਹੁਣ ਰਹਿਣ ਦਿਓ ਇੱਥੇ। ਸਾਰੇ ਪਰਿਵਾਰ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਸਮਾਂ ਜਿਹੜਾ ਹੁਣ ਨਿਕਟ ਆਉਂਦਾ ਜਾਣ ਡਿਆ, ਆਪਣੇ ਹੱਥੋਂ ਨਿਕਲਦਾ ਜਾਣ ਡਿਆ। ਸਾਰੇ ਹੁਣ ਮਨ ਭਰੇ ਨੇ ਤੇ ਅੱਖਾਂ ਦੇ ਵਿੱਚ ਹੰਝੂ ਛਲਕਣ ਡਏ ਨੇ ਤੇ ਮਹਾਤਮਾ ਉੱਥੇ ਲਿਖਦੇ ਨੇ ਵੀ ਉਹ ਕੈਸਾ ਸਮਾਂ ਸੀ। ਉਹ ਜੀ ਘੜੀ ਆ ਗਈ ਕੁਲਖਣੀ, ਉਹ ਜੀ ਰੋਇਆ ਸਾਰਾ ਜੱਗ, ਆ ਗਈ ਕੁਲਖਣੀ, ਰੋਇਆ ਸਾਰਾ ਜੱਗ, ਆ ਗਈ। ਉਹ ਜੀ ਰੋਇਆ ਸਾਰਾ ਜੱਗ, ਰੋਇਆ ਸਾਰਾ ਜੱਗ, ਉਹ ਜੀ ਰੋਇਆ ਸਾਰਾ ਜੱਗ, ਰੋਇਆ ਸਾਰਾ ਜੱਗ। ਘੜੀ ਆ ਗਈ ਕੁਲਖਣੀ, ਰੋਇਆ ਸਾਰਾ ਜੱਗ, ਆ ਗਈ ਕੁਲਖਣੀ, ਰੋਇਆ ਸਾਰਾ ਜੱਗ। ਜਿੱਥੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗਾ ਦਰਸ਼ਨਾਂ ਵਾਸਤੇ ਭੱਜੀਆਂ ਨੇ ਸ੍ਰੀ ਭੈਣੀ ਸਾਹਿਬ ਵਾਸਤੇ। ਕੋਈ ਬਰਮਾ ਤੋਂ ਆਉਣ ਡਿਆ, ਕੋਈ ਥਾਈਲੈਂਡ ਤੋਂ ਆਉਣ ਡਿਆ, ਕੋਈ ਸਿਆਮ ਤੋਂ ਆਉਣ ਡਿਆ। ਲੋਕੀ 20-20 ਹਜ਼ਾਰ ਰੁਪਈਆ ਉਹਨਾਂ ਸਮਿਆਂ ਦੇ ਵਿੱਚ ਖਰਚ ਕੇ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੇ ਸਨ ਉਹਨਾਂ ਸਮਿਆਂ 'ਚ। ਪਰ ਅੱਜ ਉਹ ਭੈਣੀ ਸਾਹਿਬ ਸਭ ਪਾਸੇ ਕੁਰਲਾਟਾਂ ਪੈਣ ਡੀਆਂ ਤੇ ਡਰਾਵਣਾ ਜਿਹਾ ਲੱਗਣ ਡਿਆ। ਸਾਰੇ ਪਾਸੇ ਕੁਰਲਾਟਾਂ ਪੈਣ ਡੀਆਂ, ਜਿਹੜਾ ਜਿੱਥੇ ਖੜਾ ਉੱਥੇ ਸੁੰਨ ਹੋ ਕੇ ਖੜਾ ਹੈ ਬਈ ਇਹ ਕੀ ਸਮਾਂ ਬਣ ਗਿਆ, ਕਿਸ ਤਰ੍ਹਾਂ ਦਰਸ਼ਨ ਮੇਲਾ ਹੋਏਗਾ। ਉਹ ਚੜਿਆ ਪਾਦੋ ਦਾ ਮਹੀਨਾ, ਮੇਰਾ ਧੜਕਣ ਲੱਗਾ ਸੀਨਾ,
ਮਹਾਤਮਾ ਕਹਿੰਦੇ ਨੇ ਵੀ ਐਸਾ ਗਮਗੀਨ ਮਾਹੌਲ ਸੀ ਉਹਨਾਂ ਸਮਿਆਂ 'ਚ। ਸਤਿਗੁਰਾਂ ਦੀ ਸੇਧ ਜਿਹੜੀ ਸੀ ਉਹ ਜਿਉਂ-ਜਿਉਂ ਸਮਾਂ ਅੱਗੇ ਵਧਿਆ ਉਹ ਤਿਉਂ-ਤਿਉਂ ਹੋਰ ਢਲਦੀ ਗਈ ਹੈ। ਸੋ ਲਿਖਦੇ ਨੇ ਮਹਾਤਮਾ ਕਹਿੰਦੇ ਨੇ ਉਹ ਚੜਿਆ ਭਾਦੋ ਦਾ ਮਹੀਨਾ ਮੇਰਾ ਧੜਕਣ ਲੱਗਾ ਸੀਨਾ, ਜਾਵੇ ਗੁਆਚ ਨਾ ਨਗੀਨਾ, ਏਕ ਮਹੀਨਾ ਦਿਲ ਆਖਦਾ ਆਈ ਭਾਦਰੋਂ ਦੀ ਪੰਜ ਹੋਈ ਦਿਨ ਨੀਵੀਂ ਸਾਂਝ, ਉਹ ਹੋਇਆ ਤਾਲ ਬਿਨਾ ਰੰਜ ਤੇ ਰੰਜ ਸਭ ਨੂੰ ਸੀ ਭਾਖਦਾ, ਅੱਖਾਂ ਬਣ ਗਈਆਂ ਸੋਣ ਅੱਖਾਂ ਬਣ ਗਈਆਂ ਸੋਣ, ਹੁਣ ਰੋਕੇ ਇਹਨਾਂ ਨੂੰ ਕੌਣ, ਉਹ ਸਭ ਦੀ ਨੀਵੀਂ ਪੈ ਗਈ ਧੌਣ, ਤੇ ਦੱਸੋ ਮੋਣ ਕੌਣ ਰੱਖਦਾ, ਰੋਇਆ ਸਾਰਾ ਹੀ ਜਹਾਨ, ਰੋਇਆ ਧਰਤ ਆਸਮਾਨ, ਉਹ ਰੋਇਆ ਉਹ ਬਿਆਬਾਨ ਜਿਹੜਾ ਲਿਆ ਕਈ ਲੱਖ ਦਾ, ਆਖਰ ਉਹ ਸਮਾਂ ਬਣ ਗਿਆ ਜਿਹੜੇ ਸਮੇਂ ਤੋਂ ਸੰਸਾਰ ਭਜਦਾ, ਜਿਹੜਾ ਸਮਾਂ ਵੇਖਣ ਤੋਂ ਡਰਦਾ, ਉਹ ਸਮਾਂ ਬਣ ਗਿਆ 5 ਭਾਦਰੋਂ ਦੀ ਰਾਤ ਦਾ 12:02 ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉਹ ਆਹਿਸਤਾ ਆਹਿਸਤਾ ਜੋਤ ਜਿਹੜੀ ਬੁਝਦੀ ਬੁਝਦੀ ਫਿਰ ਬੁਝ ਗਈ ਉਹਨਾਂ ਸਮਿਆਂ 'ਚ। ਸਾਰੇ ਫਿਰ ਸੁੰਨਮ ਸੁੰਨਾ ਹੋ ਗਿਆ, ਕੁਰਲਾਟਾਂ ਪੈ ਗਈਆਂ ਵੀ ਇਹ ਕੀ ਬਣ ਗਿਆ। ਉਹ ਜੀ ਚੱਲਿਆ ਵਿਛੋੜਾ ਪਾ ਵਾਲੀ ਦੁਨੀਆ ਦਾ, ਉਹ ਚੱਲਿਆ ਵਿਛੋੜਾ ਪਾ ਵਾਲੀ ਦੁਨੀਆ ਦਾ, ਉਹ ਜੀ ਵਾਲੀ ਦੁਨੀਆ ਦਾ, ਵਾਲੀ ਦੁਨੀਆ ਦਾ, ਉਹ ਜੀ ਚੱਲਿਆ ਵਿਛੋੜਾ ਪਾ ਵਾਲੀ ਦੁਨੀਆ ਦਾ, ਚੱਲਿਆ ਵਿਛੋੜਾ ਪਾ ਵਾਲੀ ਦੁਨੀਆ ਦਾ,
ਲਗਭਗ ਉਹਨਾਂ ਸਮਿਆਂ ਦੇ ਵਿੱਚ 5000 ਦਾ ਕਹਿੰਦੇ ਇਤਿਹਾਸ ਵਿੱਚ ਦੱਸਿਆ ਇਕੱਠ ਹੋਇਆ ਉੱਥੇ, ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਗਏ ਨੇ। ਇੰਨੇ ਜਥੇਦਾਰ ਕਿ ਵਾਰੀ ਨਹੀਂ ਸੀ ਆਉਂਦੀ ਸ਼ਬਦ ਪੜ੍ਹਨ ਦੀ। ਪਹਿਲੀ ਗੱਲ ਤੇ ਸ਼ਬਦ ਪੜ੍ਹਿਆ ਹੀ ਨਹੀਂ ਸੀ ਜਾਂਦਾ, ਕਿਉਂਕਿ ਮਨ ਬੜੇ ਭਰੇ ਹੋਏ ਸਨ ਸਾਰਿਆਂ ਦੇ, ਪਰ ਹੁਕਮ ਅਨੁਸਾਰ ਸ਼ਬਦ ਪੜ੍ਹਨੇ ਸਨ ਤੇ ਵਾਰੀ ਨਹੀਂ ਸੀ ਆਉਂਦੀ। ਇੰਨੇ ਜਥੇਦਾਰ ਉੱਥੇ ਇਕੱਠੇ ਹੋਏ ਸਨ। ਸੋ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਉਹਨਾਂ ਦੀ ਸਿਫਤ ਕਰਦਿਆਂ ਲਿਖਿਆ, ਕਹਿੰਦੇ ਨੇ, ਕਰ ਕਿਰਪਾ ਮੋਹਿ ਰਿਦ ਬਸੋ ਸ੍ਰੀ ਸਤਿਗੁਰੂ ਪ੍ਰਤਾਪ, ਤੇ ਤੁਧ ਚਿਤਵਤ ਸੁਖ ਅਦਕ ਹੋਏ ਨਾਸੇ ਅਣਗਣ ਪਾਪ। ਇਸ ਤਰ੍ਹਾਂ ਦਾ ਸਿਫਤ ਜਿਹੜੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਲਿਖੀ ਹੈ। ਸੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਦੱਸਿਆ ਗਿਆ ਵੀ ਵੱਡ ਪ੍ਰਤਾਪੀ ਦਾ ਦੀਦਾਰ, ਦੁੱਖ ਦੂਰ ਕਰੇ ਦੁਖੀਆਂ ਦੇ ਦੁੱਖ ਹਰੇ, ਵੈਦ ਸੀ ਬਿਮਾਰਾਂ ਦਾ, ਬੜਾ ਬੇਮਿਸਾਲ ਤੇ ਕਮਾਲ ਸੀ ਜਲਾਲ ਉਹਦਾ ਸਦਾ ਰਿਹਾ। ਬੜਾ ਬੇਮਿਸਾਲ ਤੇ ਕਮਾਲ ਸੀ ਜਲਾਲ ਉਹਦਾ ਸਦਾ ਰਿਹਾ, ਖੇੜੇ ਵਿੱਚ ਫੁੱਲ ਸੀ ਬਹਾਰਾਂ ਦਾ, ਸਾਂਝਾ ਉਪਦੇਸ਼ ਸੀ ਹਮੇਸ਼ ਦਿੱਤਾ ਸਾਰਿਆਂ ਨੂੰ, ਤੇ ਸਾਂਝਾ ਉਪਦੇਸ਼ ਸੀ ਹਮੇਸ਼ ਦਿੱਤਾ ਸਾਰਿਆਂ ਨੂੰ, ਤੇ ਜੀਵਨ ਬਦਲ ਦਿੱਤਾ ਲੱਖਾਂ ਨਰ ਨਾਰਾਂ ਦਾ। ਧੰਨ 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 ਆਖੋ ਸਤਿਗੁਰੂ ਪ੍ਰਤਾਪ ਸਿੰਘ, ਆਮਦਾਨ ਅੰਤ ਤੇਰੇ ਕੀਤੇ ਉਪਕਾਰਾਂ ਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬੜੀ ਫਿਰ ਕਿਰਪਾ ਕੀਤੀ ਏ। ਆਪਣੇ ਸਮੇਂ 'ਚ ਉਹਨਾਂ ਨੇ ਪੰਥ ਨੂੰ ਫਿਰ ਸਿਖਰਾਂ 'ਤੇ ਲੈ ਕੇ ਗਏ ਨੇ, ਬਾਗੋ ਬਾਗ ਹੋਇਆ ਫਿਰਦਾ ਅੱਜ ਉਹਨਾਂ ਦੀ ਕਿਰਪਾ ਦੇ ਨਾਲ ਪੰਥ ਜਿਹੜਾ ਦੇਸਾਂ ਵਿਦੇਸਾਂ ਦੇ ਵਿੱਚ। ਸੋ ਇਸੇ ਬਾਬਤ ਜਿਹੜੀ ਸ਼ੁਰੂ ਦੀ ਰੀਤ ਆਪਾਂ ਲੈ ਕੇ ਚੱਲੇ ਸਨ ਉਹਨਾਂ ਦੀ ਸਿਫਤ ਵਾਸਤੇ ਉਹੀ ਪੜ੍ਹ ਕੇ ਤੇ ਹੁਣ ਖਿਮਾ ਦੇ ਜਾਚਕ ਹੋਵਾਂਗੇ। ਗੁਰੂ ਪ੍ਰਤਾਪ ਸਿੰਘ ਤੇਰੀ ਨਿਰਾਲੀ ਸ਼ਾਨ ਵੇਖੀ, ਗੁਰੂ ਪ੍ਰਤਾਪ ਸਿੰਘ ਤੇਰੀ ਨਿਰਾਲੀ ਸ਼ਾਨ
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ 5 ਭਾਦਰੋਂ ਦਾ ਮੇਲਾ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦੇ ਨਾਲ ਸੰਬੰਧਿਤ ਇਹ ਮੇਲਾ ਜਿਹੜਾ ਹੈ 5 ਭਾਦਰੋਂ ਤੋਂ ਜਿਉਂ ਸ਼ੁਰੂ ਹੁੰਦਾ ਹੈ, ਸਤਿਗੁਰਾਂ ਦੇ ਹੁਕਮ ਅਨੁਸਾਰ ਵੱਖਰੇ ਵੱਖਰੇ ਦਿਨਾਂ 'ਚ ਪੂਰੇ ਦੇਸ਼ ਭਰ 'ਚ ਵਿਦੇਸ਼ਾਂ ਵਿਦੇਸ਼ਾਂ 'ਚ ਮਨਾਇਆ ਜਾਂਦਾ। ਇਹਨਾਂ ਸਮਿਆਂ ਦੇ ਵਿੱਚ ਸੰਗਤਾਂ ਹੁਮ ਹੁਮਾ ਕੇ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਨੇ। ਨਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੀਆਂ ਉਹਨਾਂ ਦੀਆਂ ਯਾਦਾਂ ਨੇ ਉਹ ਇਹਨਾਂ ਸਮਿਆਂ 'ਚ ਤਾਜ਼ਾ ਕੀਤੀਆਂ ਜਾਂਦੀਆਂ ਨੇ। ਉਹਨਾਂ ਦੇ ਕੀਤੇ ਉਪਕਾਰ ਜਿਹੜੇ ਗਿਣਾਏ ਨਹੀਂ ਜਾ ਸਕਦੇ। ਇੰਨਾ ਉਹਨਾਂ ਨੇ ਮਨੁੱਖ 'ਤੇ ਕੀ ਉਪਕਾਰ ਕਰਨਾ, ਉਹ ਤਾਂ ਪਸ਼ੂਆਂ 'ਤੇ ਵੀ ਬੜਾ ਉਹਨਾਂ ਨੇ ਉਪਕਾਰ ਕੀਤਾ। ਸੋ ਸਮੇਂ ਦੇ ਅਨੁਸਾਰ ਇੰਨਾ ਕੁਝ ਕਹਿੰਦਾ ਹੋਇਆ ਦਾਸ ਇੱਥੇ ਹੀ ਖਿਮਾ ਦਾ ਜੱਜ ਕੇ ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ, ਸਤਿ ਸ੍ਰੀ ਅਕਾਲ। ਅੱਜ ਦਾ ਮੇਲਾ ਸੰਤ ਸੁਰਿੰਦਰ ਸਿੰਘ ਜੀ ਵਿਕਾਸਪੁਰੀ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਏ ਘਰ ਨੌ ਨਿਧਾ ਵੈ ਧਾਏ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਭ ਥਾਈ ਹੋ ਜੀ ਸਹਾਇ। ਸ੍ਰੀ ਗੁਰੂ ਬਾਲਕ ਸਿੰਘ ਸਿਮਰਿਏ ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਜਿਨ੍ਹਾਂ ਜਮ ਤੋਂ ਲਿਆ ਛਡਾਏ। ਜੋਤ ਕਾ ਜਾਮਾ ਸਤਿਗੁਰੂ ਹਰੀ ਸਿੰਘ ਸਿਮਰਿਏ, ਟੁੱਟੀ ਸਿੱਖੀ ਲਈ ਮਲਾਏ। ਧੰਨ ਧੰਨ ਸਤਿਗੁਰੂ ਪ੍ਰਤਾਪ ਸਿੰਘ ਵੱਡੇ ਪ੍ਰਤਾਪ ਵਾਲੇ ਸਿਮਰਿਏ ਜਿਨ੍ਹਾਂ ਕਲਯੁਗ ਵਿੱਚ ਸੋਧ ਸੋਧ ਨਾਮ ਬਾਣੀ ਦਾ ਪ੍ਰਵਾਹ ਦਿਆ ਚਲਾਏ। ਮਿਹਰਬਾਨ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਏ ਜਨਮ ਮਰਨ ਦੁਖ ਜਾਏ। ਪਹਿਰੇ ਦੇ ਮਾਲਕ ਹਾਜ਼ਰਾ ਹਜ਼ੂਰ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਸਭ ਥਾਈਂ ਹੋ ਜੀ ਸਹਾਇ। ਗੁਰੂ ਜੀ ਕੀ 4 ਸਾਹਿਬਜ਼ਾਦੇ 5 ਪਿਆਰੇ 40 ਮੁਕਤੇ 80 ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਆਪ ਜੀ ਦਾ ਨਾਮ ਚਿੱਤਾ ਆਵੇ। ਸਤਿਗੁਰੂ ਜੀ ਅਸੀਂ ਸਦਾ ਹੀ ਭੁੱਲਣ ਹਰ ਜੀਵ ਹਾਂ, ਬਖਸ਼ਣ ਦਾ ਪਿਤਾ ਦਰੋ ਕਰੋ ਸਾਨੂੰ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ੋ। ਨਾਮ ਦਾਨ ਸਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਸਣੇ ਕੈਸੀ ਸਨਾਨ ਕਰਨ ਦਾ ਬਲ ਬਖਸ਼ੋ। ਸਾਧ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ। ਦੁੱਖਾਂ ਕਲੇਸ਼ਾਂ ਮਾਹ ਮਲੇਸ਼ਾਂ ਤੋਂ ਸਦਾ ਵਾਸਤੇ ਆਪਣਾ ਮਿਹਰ ਭਰਿਆ ਹੱਥ ਦੇ ਕੇ ਸਾਨੂੰ ਆਪਣੀ ਚਰਨੀ ਲਾਈ ਰੱਖੋ। ਸੱਚੇ ਪਾਤਸ਼ਾਹ ਆਪ ਦੇ ਚਰਨਾਂ 'ਚ ਅਰਦਾਸ ਹੈ ਸਾਡਾ ਧਰਮ ਤੇ ਕਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਆਪ ਦੀ ਅਪਾਰ ਕਿਰਪਾ ਦੇ ਨਾਲ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਦੇ ਹੁਕਮ ਅਨੁਸਾਰ ਆਪ ਦੀਆਂ ਪਿਆਰੀਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਕਿਰਪਾ ਕਰੋ, ਦਰ 'ਤੇ ਪ੍ਰਮਾਣ ਕਰੋ। ਇਹ ਚੰਦ ਘੜੀਆਂ ਆਪਣੀ ਦਰਗਾਹ 'ਚ ਮਨਜ਼ੂਰ ਕਰੋ। ਕਿਰਪਾ ਕਰੋ ਆਪ ਦੇ ਸਰਗੁਣ ਸਰੂਪ ਦਾ ਸਾਨੂੰ ਦੇਖ ਕਰਕੇ ਦਰਸ਼ਨ ਹੋਵੇ ਸਾਰਿਆਂ ਨੂੰ। ਸੱਚੇ ਪਾਤਸ਼ਾਹ ਇਸੇ ਸਮੇਂ ਅੰਦਰ ਆਪ ਜੀ ਦੀ ਕਿਰਪਾ ਦੇ ਨਾਲ ਪਿਛਲੇ ਪੈਰ ਦੇ ਦੀਵਾਨ ਸੱਜੇ ਨੇ। ਸੱਚੇ ਪਾਤਸ਼ਾਹ ਗੁਰੂ ਦਾ ਹਰ ਜਸ ਕੀਤਾ ਗਿਆ, ਗੁਰਬਾਣੀ ਪੜ੍ਹੀ ਗਈ ਹੈ। ਕਿਰਪਾ ਕਰੋ ਆਪਣੇ ਦਰ 'ਤੇ ਪ੍ਰਮਾਣ ਕਰੋ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਪੜ੍ਹਨ ਦਾ ਬਲ ਬਖਸ਼ੋ। ਹੋਈਆਂ ਭੁੱਲਾਂ ਨਾਚਦਾਰ ਦਿਓ ਸੱਚੇ ਪਾਤਸ਼ਾਹ ਆਪਣੇ ਦਰ 'ਤੇ ਹਾਜ਼ਰੀਆਂ ਸਾਰਿਆਂ ਦੀ ਦਰ ਪ੍ਰਮਾਣ ਕਰੋ। ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਅੱਜ ਦਾ ਮੇਲਾ ਆਪ ਜੀ ਦੇ ਦਰ ਕਰਦੇ ਸੇਵਕ ਸੰਤ ਸੁਰਿੰਦਰ ਸਿੰਘ ਵਿਕਾਸਪੁਰੀ ਵਾਲੇ ਸੱਚੇ ਪਾਤਸ਼ਾਹ ਮੇਲਾ ਕਰਾਉਂਦੇ ਨੇ। ਕਿਰਪਾ ਕਰੋ ਜਿਸ ਭਾਵਨਾ ਵਾਸਤੇ ਉਹਨਾਂ ਨੇ ਮੇਲੇ ਕਰਾਏ ਨੇ ਸੱਚੇ ਪਾਤਸ਼ਾਹ ਕਿਰਪਾ ਕਰੋ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਆਪ ਜੀ ਦੀ ਕਿਰਪਾ ਦੇ ਨਾਲ। ਘਰ ਵਿੱਚ ਸੁੱਖ ਸ਼ਾਂਤੀ ਬਣੀ ਰਵੇ, ਕਾਰੋਬਾਰ 'ਚ ਵਾਧੇ ਹੋਣ ਸੱਚੇ ਪਾਤਸ਼ਾਹ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਸਣੇ ਕਿਸੇ ਸਨਾਨ ਕਰਨ ਦਾ ਬਲ ਬਖਸ਼ੋ। ਸਾਰੇ ਪਰਿਵਾਰ ਨੂੰ ਨਿਤਨੀਆਂ ਖੁਸ਼ੀਆਂ ਦੇ ਭੰਡਾਰੇ ਬਖਸ਼ੋ। ਮਨ ਦੇ ਕਾਰਜ ਰਾਸ ਹੋਣ ਸੱਚੇ ਪਾਤਸ਼ਾਹ। ਸਾਧ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ। ਕਿਰਪਾ ਕਰੋ ਆਪਣੀ ਚਰਨੀ ਲਾਈ ਰੱਖੋ, ਆਪਣਾ ਬਣਾਈ ਰੱਖੋ ਸੱਚੇ ਪਾਤਸ਼ਾਹ। ਹੋਰ ਵੀ ਜਿਹੜਾ ਵੀ ਮਾਈ ਭਾਈ ਆਪ ਜੀ ਦੇ ਦਰ 'ਤੇ ਆਏ ਸੱਚੇ ਪਾਤਸ਼ਾਹ ਸਾਰਿਆਂ ਦਾ ਕਦਮ ਕਦਮ ਲੇਖੇ ਲਾਓ। ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਆਪ ਜੀ ਦੀ ਕਿਰਪਾ ਦੇ ਨਾਲ। ਸਭ 'ਤੇ ਮਿਹਰ ਭਰਿਆ ਹੱਥ ਦੇ ਕੇ ਰੋਗ ਸੋਗ ਤੋਂ ਦੂਰ ਰੱਖੋ, ਸਰੀਰਾਂ ਦੀ ਤੰਦਰੁਸਤੀ ਬਖਸ਼ੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀਆਂ ਭੇਜੀਆਂ ਹੋਈਆਂ ਰਸਦਾਂ ਵਿੱਚੋਂ ਮਿਸ਼ਠਾਂਤ ਪ੍ਰਸ਼ਾਦ ਹਾਜ਼ਰ ਹੈ। ਆਪ ਜੀ ਦੀ ਰਸਨੀ ਲਾਇਕ ਹੋਏ ਰਸਨੀ ਲਗਾ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਕੋ ਵਰਤੇ। ਜੋ ਜੀ ਛਕੇ ਸੋ ਆਪ ਜੀ का ਨਾਮ ਜਪੇ, ਅਟੁੱਟ ਭੰਡਾਰੇ ਵਰਤਣ ਨਾ ਵਿਸਰੀ, ਨਾਮ ਸਾਰੀ ਰੱਖ ਲੈ ਬਖਸ਼ ਲੈ। ਦੇ ਕਰਕੇ ਦਰਸ਼ਨ ਦਿਓ, ਅਰਦਾਸ ਦਰ 'ਤੇ ਪ੍ਰਵਾਨ ਕਰੋ। ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ।
ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜਥੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ ਹੁਣ ਲੰਗਰ ਪਿਆਰ ਨਾਲ ਛਕਿਓ। ਸਤਿ ਸ੍ਰੀ ਅਕਾਲ।